पर यह स्पष्ट गल हो गई है भी सरसा श्री 420 है बड़ा वड्डा और ਜਿਹੜੇ ਧਾਰਾਵਾਂ ਇਸ 'ਤੇ ਲੱਗੀਆਂ ਹੈਗੀਆਂ ਅਤੇ ਜੇ ਉਹ ਧਾਰਾਵਾਂ ਦੀ ਕਨਵਿਕਸ਼ਨ ਹੋ ਜਾਂਦੀ ਹੈ ਤਾਂ ਇਹਨੂੰ ਲਾਈਫ ਇੰਪ੍ਰਿਜ਼ਨਮੈਂਟ ਹੋ ਸਕਦੀ ਹੈ। ਬਾਦਲ ਵੀ ਕਸੂਰਵਾਰ ਹੈਗੇ ਕਿਉਂਕਿ ਇੱਕ ਡੁਬੀਸ਼ੀਅਸ ਕਰੈਕਟਰ ਦੇ ਬੰਦੇ ਨੂੰ ਉਹਨਾਂ ਨੇ ਪ੍ਰਧਾਨ ਬਣਾਇਆ ਦਿੱਲੀ ਗੁਰਦੁਆਰਾ ਕਮੇਟੀ ਦਾ, ਜਿਹਦਾ ਨਾ ਚਾਲ ਚੱਲਣ ਠੀਕ ਹੈ ਨਾ ਕਰੈਕਟਰ ਠੀਕ ਹੈਗਾ ਔਰ ਉਹਦੇ ਉੱਪਰ ਕਈ ਕੇਸ ਵੀ ਚੱਲ ਰਹੇ ਹਨ ਧੋਖਾਧੜੀ ਦੇ। इस केस ਦੇ ਵਿੱਚ ਉਹ ਸਪਸ਼ਟ ਹੈ ਕਿ ਵੀ ਗੁਰਦੁਆਰਾ ਕਮੇਟੀ 'ਚੋਂ ਇਹਨਾਂ ਨੇ ਪੈਸੇ ਦੀ ਚੋਰੀ ਕੀਤੀ ਹੈਗੀ। ਇਹਨਾਂ ਦੇ ਵੀ ਲੇਖੇ ਡੇਢੇ ਹੋਣਾ ਇਹਨਾਂ ਕੁਝ ਜ਼ਿੰਦਗੀ ਹੁਣ ਬਾਹਰ ਬਿਤਾਉਣਗੇ, ਕੁਝ ਜ਼ਿੰਦਗੀ ਅੰਦਰ ਬਿਤਾਉਣਗੇ। ਇਹ ਤਾਂ ਇਹ ਦੁਨੀਆ ਤੋਂ ਰਿਖਸਤ ਹੋਣਗੇ ਕਿਉਂਕਿ ਇਹਨਾਂ ਨੇ ਚੋਰੀ ਜਿਹੜੀ ਹੈਗੀ ਕਿਸੇ ਬੰਦੇ ਦੀ ਤਾਂ ਕੀਤੀ ਨਹੀਂ ਹੋਈ, ਇਹ ਚੋਰੀ ਜਿਹੜੀ ਹੈਗੀ ਗੁਰੂ ਘਰ ਦੀ ਕੀਤੀ ਹੋਈ ਹੈ। ਇਹ ਬੜਾ ਵਿਚਾਰਾ ਸ਼ਾਦ ਆਦਮੀ ਹੈ, ਇਹ ਬੜਾ ਵਿਚਾਰਾ ਭੋਲਾ ਆਦਮੀ ਹੈ, ਇਹ ਬੜਾ ਵਿਚਾਰਾ ਇੱਕ ਨਾ ਉਹ ਕਹਿਣਾ ਨਿਆਣਾ ਆਣਾ ਹੈਗਾ ਬਕੌਲ ਸੁਖਬੀਰ ਦੇ। ਇਹ ਬੜਾ ਇੱਕ ਵਿਚਾਰਾ ਇਹ ਤਾਂ ਇਹ ਕੁਝ ਵੀ ਨਹੀਂ ਕਰਦਾ, ਇਹ ਸਿਰਫ ਜ਼ਮੀਨਾਂ ਖੋਹ ਲੈਂਦਾ, ਚੋਰੀਆਂ ਕਰ ਲੈਂਦਾ, ਡਾਕੇ ਮਾਰ ਲੈਂਦਾ। ਇਹ ਵਿਚਾਰਾ ਕੁਝ ਨਹੀਂ ਕਰ ਸਕਦਾ। ਹੈ ਵਿਚਾਰਾ ਹੈ ਅਵਲ ਦਰਜੇ ਦਾ ਛਾਤਰ ਅਤੇ ਹੈ ਵਿਚਾਰਾ। ਜੇ ਕਿਸੇ ਨੂੰ ਦਿੱਤਾ ਹੁੰਦਾ ਤਾਂ ਉਹ ਮਾਸਟਰਾਣੀਆਂ ਸਕੂਲਾਂ 'ਚ ਕਿਤੇ ਮਰ ਗਏ ਨੇ ਵਿਚਾਰੇ, 5-6 ਸਟਾਫ ਤਾਂ ਮਰ ਹੀ ਗਿਆ। ਇਹ ਕਿਹੜੀ ਗੱਲ ਦਾ ਝੂਠ ਕਫਰ ਕੀ ਕੀਤਾ ਸਿੱਖਾਂ ਵਾਸਤੇ ਤੂੰ? ਇਤਿਹਾਸ ਤੈਨੂੰ ਨਹੀਂ ਆਉਂਦਾ, ਗੁਰ ਇਤਿਹਾਸ ਤੈਨੂੰ ਦਾ ਨਹੀਂ ਪਤਾ, ਬਾਣੀ ਤੈਨੂੰ ਨਹੀਂ ਪੜ੍ਹਨੀ ਆਉਂਦੀ, ਗੁਰੂ ਗ੍ਰੰਥ ਸਾਹਿਬ ਤੋਂ ਪਾਠ ਤੂੰ ਨਹੀਂ ਕਰ ਸਕਦਾ, ਪੰਜਾਬੀ ਪਤਾ ਨਹੀਂ ਤੈਨੂੰ ਆਉਂਦੀ ਹੈ ਕਿ ਨਹੀਂ ਆਉਂਦੀ ਹੈ, ਉਹ ਪੰਜਾਬੀ 'ਚ ਵੀ ਤੂੰ ਸਾਈਨ ਨਹੀਂ ਮੇਰੇ ਕੋਲ ਨਹੀਂ ਕਰ ਸਕਦਾ। इस प्रबंध की तो जैजाकार सारी दुनिया च हो रही है भी सिरसे वर्गा प्रबंधक ही कोई नहीं, यदि जैजाकार दुनिया च हो रही है। सारे कहते जी कमाल हो गई। इनू हाले भी शर्म नहीं आती किस बेहयाई के नाल झूठ कुफर तोलता पाया। KP की कहत है जी KP जे आ KP जे आए, दोनों सांडू इकट्ठे हो गए, एक पतला तो एक मोटा। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਨੇੜੇ ਆ ਰਹੀਆਂ ਨੇ, ਮੈਂਬਰ ਜਿਹੜੇ ਨੇ ਪਾਰਟੀ ਛੱਡ ਕੇ ਦੂਜੀ ਪਾਰਟੀਆਂ ਵਿੱਚ ਜੁਆਇਨ ਕਰ ਰਹੇ ਨੇ, ਲੇਕਿਨ ਕਰਪਸ਼ਨ ਦਾ ਇੱਕ ਬੜਾ ਵੱਡਾ ਮੁੱਦਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਿਹਾ, ਉਹਦੇ ਮਾਮਲੇ ਲਗਾਤਾਰ ਜਿਹੜੇ ਉਜਾਗਰ ਹੁੰਦੇ ਜਾ ਰਹੇ ਨੇ ਕਰਪਸ਼ਨ ਦੇ। ਹੁਣ ਹਾਲ ਹੀ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਜਿਹੜਾ ਕੇਸ ਪਾਇਆ ਸੀਗਾ ਕੁਛ ਟੈਂਟਾਂ ਦੇ ਸਮਾਗਮ ਦੇ ਕਰਪਸ਼ਨ ਨੂੰ ਲੈ ਕੇ, ਉਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਜਿਹੜੇ ਮੌਜੂਦਾ ਪ੍ਰਧਾਨ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਕੋਰਟ ਵੱਲੋਂ ਹੁਕਮ ਜਾਰੀ ਹੋ ਚੁੱਕੇ ਨੇ। ਅਗਲੀ ਸੁਣਵਾਈ ਜਿਹੜੀ ਹੈ 21 ਨਵੰਬਰ ਨੂੰ ਹੋਣੀ ਹੈ ਤੇ ਮੁਕੱਦਮਾ ਦਰਜ ਹੋਣ ਦੇ ਜਿਹੜੇ ਆ ਹੋ ਗਏ ਨੇ ਆਰਡਰ ਕਿ ਇਹਨਾਂ ਦੇ ਉੱਪਰ ਮੁਕੱਦਮਾ ਦਰਜ ਹੋਣਾ ਚਾਹੀਦਾ ਕਰਪਸ਼ਨ ਦੇ ਖਿਲਾਫ। ਤੇ ਜਾਣਕਾਰੀ ਦੇਣ ਲਈ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਸਰਦਾਰ ਹਰਵਿੰਦਰ ਸਿੰਘ ਸਰਨਾ ਜਿਸ ਵੇਲੇ ਸਾਡੇ ਨਾਲ ਮੌਜੂਦ ਨੇ। ਸਾਰੀ ਜਾਣਕਾਰੀ ਉਹਨਾਂ ਤੋਂ ਲੈ ਲੈਣਾ, ਗੱਲਬਾਤ ਕਰ ਲੈਂਦੇ ਹਾਂ ਕਿਉਂਕਿ ਚੋਣਾਂ ਵੀ ਜਿਹੜੀਆਂ ਨੇੜੇ ਆ ਚੁੱਕੀਆਂ ਨੇ। ਹੁਣ ਨਿਜ਼ਾਮ ਜਿਹੜਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਚੋਣਾਂ ਤੋਂ ਬਾਅਦ ਕਿਸੇ ਨਵੀਂ ਪਾਰਟੀ ਕੋਲ ਜਾਂਦਾ ਤਾਂ ਜੋ ਸਿਸਟਮ ਸਟਾਫ ਦੀ ਸੈਲਰੀ ਹੈ ਔਰ ਹੋਰ ਨਿਜ਼ਾਮ ਜਿਹੜੇ ਹੈਗੇ ਨੇ ਗੁਰਦੁਆਰਾ ਕਮੇਟੀ ਦੇ, ਸਕੂਲ ਨੇ, ਕਾਲਜ ਨੇ, ਕਾਫੀ ਮਾਮਲੇ ਜਿਹੜੇ ਚੱਲ ਰਹੇ ਨੇ, ਉਹਨਾਂ ਵਿੱਚ ਸੁਧਾਰ ਲਿਆਉਣ ਵਾਸਤੇ ਕੀ ਤਬਦੀਲੀਆਂ ਲਿਆਈਆਂ ਜਾ ਸਕਦੀਆਂ ਨੇ ਜੇਕਰ ਸੇਵਾ ਇਹਨਾਂ ਕੋਲ ਆਉਂਦੀ ਹੈ। ਅਤੇ ਇਹ ਮਾਮਲਾ ਜਿਹੜਾ ਜਾਣ ਲੈਂਦੇ ਹਾਂ। ਸਰ, ਹਾਲ ਹੀ 'ਚ ਹੁਣ ਮਾਮਲਾ ਜਿਹੜਾ ਦਰਜ ਹੋਇਆ ਟੈਂਟਾਂ ਦੀ ਕਰਪਸ਼ਨ ਨੂੰ ਲੈ ਕੇ, ਸਮੇਂ-ਸਮੇਂ 'ਤੇ ਤੁਸੀਂ ਵੀ ਕਾਫੀ ਮਾਮਲੇ ਉਜਾਗਰ ਕਰਦੇ ਰਹਿੰਦੇ ਹੋ ਕਰਪਸ਼ਨ ਦੇ, ਅਤੇ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਕੋਰਟ ਨੇ ਹੁਕਮ ਦੇ ਦਿੱਤੇ ਨੇ ਮੁਕੱਦਮਾ ਦਰਜ ਕਰਨ ਦੇ, ਕੀ ਜਾਣਕਾਰੀ ਤੁਹਾਡੇ ਕੋਲ? ਇਹ ਇਹਨਾਂ ਦੇ ਖਿਲਾਫ ਕਾਫੀ ਦੇਰ ਤੋਂ ਅਸੀਂ ਸੰਘਰਸ਼ ਕਰ ਰਹੇ ਸੀ ਜੀ, ਪਰ ਇਹ ਚੱਪਲ ਚਲਾਕ ਆਦਮੀ ਹੈਗਾ ਔਰ ਪੈਸੇ ਪੂਸੇ ਖਵਾ ਪਿਆ ਕੇ ਇਹ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕੇਸਾਂ ਨੂੰ। ਇਹ ਇੱਕ ਕੇਸ ਨਹੀਂ ਹੈਗਾ, ਇਹ ਕਈ ਕੇਸ ਹੈਗੇ। ਕਈ ਕੇਸਾਂ 'ਚੋਂ ਇੱਕ ਕੇਸ ਦਾ ਜਿਹੜੇ ਆਰਡਰ ਹੋਏ ਨੇ, ਹਾਲੇ ਬਾਕੀ ਦੇ ਕੇਸਾਂ ਦੀ ਸੁਣਵਾਈ ਚੱਲ ਰਹੀ ਹੈ ਕਿ ਔਰ ਉਹਨਾਂ ਦੇ ਵੀ ਫੈਸਲੇ ਆਉਣੇ ਬਾਕੀ ਹੈਗੇ। ਪਰ ਇਹ ਸਪਸ਼ਟ ਗੱਲ ਹੋ ਗਈ ਹੈ ਵੀ ਸਰਸਾ ਸ਼੍ਰੀ 420 ਹੈਗਾ ਬੜਾ ਵੱਡਾ ਔਰ ਜਿਹੜੇ ਧਾਰਾਵਾਂ ਇਸ 'ਤੇ ਲੱਗੀਆਂ ਹੈਗੀਆਂ ਅਤੇ ਜੇ ਉਹ ਧਾਰਾਵਾਂ ਦੀ ਕਨਵਿਕਸ਼ਨ ਹੋ ਜਾਂਦੀ ਹੈ ਤਾਂ ਇਹਨੂੰ ਲਾਈਫ ਇੰਪ੍ਰਿਜ਼ਨਮੈਂਟ ਹੋ ਸਕਦੀ ਹੈ ਕਿ ਔਰ ਇਹ ਇੱਕ ਬੜਾ ਸੰਗੀਨ ਮਾਮਲਾ ਹੈ। ਔਰ ਮੈਂ ਸਮਝਦਾ ਬਈ ਇਹ ਜਿਹੇ ਕੇਸ ਜਿਹੜੇ ਸੰਗਤਾਂ ਦੇ ਸਾਹਮਣੇ ਆਉਣੇ ਚਾਹੀਦੇ ਨੇ। ਚੰਗੀ ਗੱਲ ਤਾਂ ਹੈਗੀ ਵੀ ਉਸ ਨੂੰ ਆਪ ਇਹ ਕਬੂਲ ਕਰਕੇ ਸੰਗਤ ਕੋਲੋਂ ਔਰ ਗੁਰੂ ਕੋਲੋਂ ਮਾफ़ੀ ਮੰਗਣੀ ਚਾਹੀਦੀ ਹੈ ਸਰਸੇ ਨੂੰ, ਬਾਦਲਾਂ ਨੂੰ, ਕਿਉਂਕਿ ਬਾਦਲਾਂ ਦਾ ਥਾਪਿਆ ਹੋਇਆ ਹੈ। ਬਾਦਲ ਵੀ ਕਸੂਰਵਾਰ ਹੈਗੇ ਕਿਉਂਕਿ ਇੱਕ ਡੁਬੀਸ਼ੀਅਸ ਕਰੈਕਟਰ ਦੇ ਬੰਦੇ ਨੂੰ ਉਹਨਾਂ ਨੇ
ਪ੍ਰਧਾਨ ਬਣਾਇਆ ਦਿੱਲੀ ਗੁਰਦੁਆਰਾ ਕਮੇਟੀ ਦਾ, ਜਿਹਦਾ ਨਾ ਚਾਲ ਚੱਲਣ ਠੀਕ ਹੈ ਨਾ ਕਰੈਕਟਰ ਠੀਕ ਹੈਗਾ, ਔਰ ਉਹਦੇ ਉੱਪਰ ਕਈ ਕੇਸ ਵੀ ਚੱਲ ਰਹੇ ਹਨ ਧੋਖਾਧੜੀ ਦੇ। ਇਸ ਕੇਸ ਦੇ ਵਿੱਚ ਉਹ ਸਪਸ਼ਟ ਹੈਗੀ ਵੀ ਗੁਰਦੁਆਰਾ ਕਮੇਟੀ 'ਚੋਂ ਇਹਨਾਂ ਨੇ ਪੈਸੇ ਦੀ ਚੋਰੀ ਕੀਤੀ ਹੈਗੀ। ਇੱਕੋ ਮਾਲਕ ਹੈਗਾ ਟੈਂਟਾਂ ਦਾ, ਔਰ ਜਿਹੜਾ ਰਾਈਜ਼ਿੰਗ ਵਾਲ ਜਿਹੜੇ ਈਵੈਂਟ ਮੈਨੇਜਰ ਹਨ। ਗੁਰਦੁਆਰਿਆਂ ਦੇ ਕੰਮ ਜਿਹੜੇ ਹੁੰਦੇ ਨੇ, ਗੁਰਦੁਆਰਿਆਂ ਦੇ ਵੀ ਕੰਮ, ਔਰ ਸੁਖਬੀਰ ਸਿੰਘ ਬਾਦਲ ਦੀ ਕੋਠੀ 'ਤੇ ਜਿਹੜੇ ਸਾਲਾਨੇ ਕੀਰਤਨ ਵਗੈਰਾ ਹੁੰਦੇ ਨੇ ਉਹਨਾਂ ਦੇ ਵੀ ਟੈਂਟਾਂ ਦੇ ਕੰਮ ਉਹੀ ਬੰਦਾ ਕਰਦਾ ਹੈ। ਬੰਦਾ ਇੱਕ ਹੈਗਾ ਅਤੇ ਬਿੱਲ 2 ਰੇਜ਼ ਕੀਤੇ ਹੋਏ ਨੇ। ਇਹ ਗੱਲ ਸਮਝਣ ਵਾਲੀ ਹੈਗੀ, ਇੱਕ ਕੰਮ ਦੇ 2 ਬਿੱਲ ਰੇਜ਼ ਕੀਤੇ ਨੇ, ਔਰ ਇੱਕੋ ਜਿਹੇ ਸਮਾਨ ਉਹਦੇ ਵਿੱਚ ਨੋਟ ਕੀਤੇ ਹੋਏ ਨੇ ਜੀ, ਇਤਨੇ ਟੇਬਲ ਇਤਨੇ ਹੈ, ਔਰ ਇਨਫਲੇਟ ਕਰਕੇ ਬਿੱਲ ਬਣਾਏ ਹੋਏ ਨੇ। ਇਹ ਚੋਰੀ ਜਿਹੜੀ ਹੈ ਸਾਹਮਣੇ ਪਕੜ 'ਚ ਆ ਗਈ ਹੈ। ਜੱਜ ਸਾਹਿਬ ਨੇ ਜਦ ਇਹ ਸਾਰੇ ਕਾਗਜ਼ ਵੇਖੇ, ਭਾਵੇਂ ਪੁਲਿਸ ਨੇ ਆਪਣੇ ਵੱਲੋਂ ਇਹਨਾਂ ਨੇ ਹੁਸ਼ਿਆਰੀ ਕਰਕੇ ਕਲੀਨ ਚਿੱਟ ਦਵਾਈ, ਪਰ ਜੱਜ ਸਾਹਿਬ ਨੇ ਕਹਿਤਾ ਵੀ ਇਹ ਡੁਬੀਸ਼ੀਅਸ ਕਰੈਕਟਰ ਹੈਗਾ ਔਰ ਇਹਦੀ FIR ਬਣਦੀ ਹੈਗੀ। ਲਿਹਾਜ਼ੇ ਉਹਨਾਂ ਨੇ ਜਿਹੜੀ ਇਹਨਾਂ ਨੇ ਐਨਕਾਂ ਖਰੀਦੀਆਂ ਹੋਈਆਂ ਨੇ, ਬਈ ਗੁਰਦੁਆਰਾ ਕਮੇਟੀ 'ਚ ਗਾਗਲਸ ਦਾ ਕੀ ਕੰਮ ਹੈਗਾ, ਗੁਰਦੁਆਰਾ ਕਮੇਟੀ ਦੇ 'ਚ ਬਰਗਰ ਅਤੇ ਡੋਸਿਆਂ ਦਾ ਕੀ ਕੰਮ ਹੈਗਾ, ਇਹ ਪੋਲੀਟੀਕਲ ਪਾਰਟੀਆਂ ਦੇ ਨਾਲ ਹਾਵਨਾਵਿੰਗ ਕਰਦੇ ਨੇ, ਉਹਦੇ ਬਿੱਲ ਵੀ ਇਹਨਾਂ ਨੇ ਗੁਰਦੁਆਰੇ 'ਚ ਪਾਏ ਹੋਏ ਨੇ। ਔਰ ਇਹਦੀਆਂ ਹਰਕਤਾਂ ਜਿਹੜੀਆਂ ਨੇ ਇਹ ਹੁਣ ਸਾਹਮਣੇ ਆ ਰਹੀਆਂ ਨੇ, ਪਰਤਾਂ ਦਰ ਪਰਤਾਂ ਜਿਹੜੀਆਂ ਖੁੱਲ੍ਹਣਗੀਆਂ, ਇਹਨਾਂ ਦੀਆਂ ਕਨਵਿਕਸ਼ਨਸ ਹੋਣਗੀਆਂ, ਇਹ ਅੰਦਰ ਜਾਣਗੇ। ਕੋਈ ਸੂਰਤ ਨਹੀਂ ਬਈ ਰੱਬ ਲੇਖਾ ਜੋਖਾ ਕਿਸੇ ਦਾ ਨਾ ਡੇਢਾ ਕਰੇ। ਰੱਬ ਜਿਹੜਾ ਲੇਖਾ ਪੂਰਾ ਕਰਕੇ ਫਿਰ ਨੂੰ ਦੁਨੀਆ ਤੋਂ ਤੋਰਦਾ, ਇਹ ਗੱਲ ਸਮਝ ਲੈਣਾ। ਇਹਨਾਂ ਦੇ ਵੀ ਲੇਖੇ ਡੇਢੇ ਹੋਣੇ ਨੇ। ਇਹ ਕੁਝ ਜ਼ਿੰਦਗੀ ਹੁਣ ਬਾਹਰ ਬਿਤਾਉਣਗੇ, ਕੁਝ ਜ਼ਿੰਦਗੀ ਅੰਦਰ ਬਿਤਾਉਣਗੇ। ਇਹ ਤਾਂ ਇਹ ਦੁਨੀਆ ਤੋਂ ਰਿਖਸਤ ਹੋਣਗੇ, ਕਿਉਂਕਿ ਇਹਨਾਂ ਨੇ ਚੋਰੀ ਜਿਹੜੀ ਹੈਗੀ ਕਿਸੇ ਬੰਦੇ ਦੀ ਤਾਂ ਕੀਤੀ ਨਹੀਂ ਹੋਈ, ਇਹ ਚੋਰੀ ਜਿਹੜੀ ਹੈਗੀ ਗੁਰੂ ਘਰ ਦੀ ਕੀਤੀ ਹੋਈ ਹੈ। ਅਤੇ ਇਸ ਗੁਰੂ ਘਰ ਦੀ ਚੋਰੀ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਜਨਮਾਂ ਦੀ ਲੈਣ ਦੇਣ ਹੋਣਗੇ ਜੀ, ਉਹ ਜੀ ਲੈਣਾ ਦੇਣਾ, ਨਾ ਗੁਰੂ ਘਰ ਦੇ ਵਿੱਚ ਕਾਹਦਾ ਜਨਮ ਦਾ ਲੈਣਾ ਦੇਣਾ ਹੈਗਾ। ਅਤੇ ਇਹ ਤਾਂ ਇਹਨਾਂ ਨੇ ਸਿਰੀ ਚੋਰੀ ਕੀਤੀ ਹੈ, ਪੈਸਾ ਖਾਧਾ ਗੁਰੂ ਘਰ ਦਾ, ਗੁਰੂ ਗੋਲਕ 'ਚੋਂ ਪੈਸਾ ਕੱਢਿਆ ਹੋਇਆ ਹੈ, ਔਰ ਗੁਰੂ ਦੀ ਗੋਲਕ ਦੇ ਵਿੱਚ ਬੜੇ ਗਰੀਬ ਆਦਮੀਆਂ ਦੇ ਪੈਸੇ ਪਏ ਹੋਏ ਨੇ, ਜਿਹੜੇ ਉਹਨਾਂ ਨੇ ਆਪਣੀ ਭੁੱਖ ਕੱਟ ਕੇ ਗੁਰੂ ਨੂੰ ਅਰਪਿਤ ਕੀਤੇ ਹੋਏ ਨੇ। 1 ਪੈਸਾ, 10 ਪੈਸੇ, 1 ਰੁਪਈਆ। ਉਹ ਰੁਪਈਆ ਖਾਣਾ ਜਿਹੜਾ ਉਸ ਤੋਂ ਵੱਡਾ ਗੁਨਾਹ ਸ਼ਾਇਦ ਇਸ ਧਰਤੀ 'ਤੇ ਹੋਰ ਕੋਈ ਵੀ ਨਹੀਂ ਹੈਗਾ। ਗਰੀਬ ਆਦਮੀ ਦੀ ਦਿੱਤੀ ਹੋਈ ਦਾਨ ਉਹ ਖਾ ਜਾਣੇ, ਇਸ ਤੋਂ ਵੱਡਾ ਪਾਪ ਕੋਈ ਨਹੀਂ। ਔਰ ਇਹ ਪਾਪ ਦੇ ਵਡਭਾਗੀ ਹੈਗੇ, ਇਹ 420 ਹੈਗੇ। ਔਰ ਸੰਗਤਾਂ ਨੂੰ ਹੁਣ ਵੀ ਹੁਸ਼ਿਆਰ ਹੋਣਾ ਚਾਹੀਦਾ ਹੈ ਬਈ ਇੱਕ ਨੌਸਰਬਾਜ਼ ਔਰ ਬੇਈਮਾਨ ਆਦਮੀ ਬਾਦਲਾਂ ਨੇ ਆਪਣਾ ਸੂਬੇਦਾਰ ਥਾਪ ਕੇ ਦਿੱਲੀ ਦੇ ਸਿੱਖਾਂ ਨੂੰ ਬੜਾ ਭਾਰੀ ਇਹਨਾਂ ਨੇ ਬੇਵਕੂਫ ਬਣਾਇਆ ਔਰ ਝੂਠ ਔਰ ਕੁਫਰ ਤੋਲਿਆ ਹੈ। ਇਹਦੀ ਸਜ਼ਾ ਤੋਂ ਪਾਏ ਬਗੈਰ ਇਹ ਨਹੀਂ ਬਚ ਸਕਦਾ। ਪਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਕੇਸ ਨੇ, ਇਹ ਬਿੱਲ ਜਿਹੜੇ ਨੇ ਨਕਲੀ ਬਣਾਏ ਹੋਏ ਨੇ, ਇਹ ਮਨਜੀਤ ਸਿੰਘ ਜੀਕੇ ਦੇ ਟਾਈਮ ਦੇ ਨੇ, ਉਹਨਾਂ ਨੇ ਬਣਾਏ ਹੋਏ ਨੇ, ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਚਲੋ 6 ਸਾਲ ਇਹ ਜਨਰਲ ਸਕੱਤਰ ਰਿਹਾ। ਜਨਰਲ ਸਕੱਤਰ ਉਹਦੀਆਂ ਪਾਵਰਸ ਪ੍ਰਧਾਨ ਨਾਲੋਂ ਜ਼ਿਆਦਾ ਹੁੰਦੀਆਂ ਨੇ। ਗੁਰਦੁਆਰੇ ਨੂੰ ਮੈਨੇਜ ਇਹ ਕਰ ਸਕਦਾ ਹੈ। ਇਹਦੇ ਸਾਈਨ ਹੋਏ ਪਏ ਉਹਨਾਂ ਬਿੱਲਾਂ ਦੇ ਉੱਪਰ, ਮੇਰੇ ਕੋਲ ਪਏ ਹੋਏ, ਮੈਂ ਦਿਖਾ ਸਕਦਾ। ਇਹਦੇ ਸਾਈਨ ਹੈਗੇ। ਇਹ ਸਾਈਨ ਤੋਂ ਕਿਵੇਂ ਮੁਨਕਰ ਹੋ ਸਕਦਾ ਹੈ? ਤੂੰ ਸਾਰਿਆਂ ਨੂੰ ਬੇਵਕੂਫ ਬਣਾ ਸਕਦਾ, ਨਾ ਗੁਰੂ ਨੂੰ ਬਣਾ ਸਕਦਾ, ਨਾ ਕਿਸੇ ਹੋਰ ਨੂੰ ਬਣਾ ਸਕਦਾ। ਪੇਮੈਂਟ ਗਈ ਹੋਈ ਹੈ ਗੁਰਦੁਆਰੇ 'ਚੋਂ, ਚੈੱਕ ਦੀ ਪੇਮੈਂਟ ਗਈ ਹੋਈ ਹੈ, ਤੈਨੂੰ ਪਤਾ ਹੀ ਕੋਈ ਨਹੀਂ ਚੈੱਕ ਪੇਮੈਂਟ ਚਲੀ ਗਈ ਹੈ। ਚੱਕਾਂ ਦੇ ਤੂੰ ਸਾਈਨ ਕੀਤੇ ਹੋਏ, ਤੂੰ ਕਹਿ ਰਿਹਾ ਮੈਨੂੰ ਪਤਾ ਹੀ ਕੋਈ ਨਹੀਂ। ਇਹ ਹੁਣ ਇਹ ਤੁਸੀਂ ਦੇਖੋ ਨਾ ਜੀ, ਇਹ ਚੋਰੀ ਤਾਂ ਬਾਦਲਾਂ ਨੇ ਕੀਤੀ ਹੈਗੀ, ਸਿੱਧੀ ਸਪਸ਼ਟ ਗੱਲ ਹੈਗੀ। ਤੁਸੀਂ ਬਾਦਲਾਂ ਦੇ ਥਾਪੇ ਹੋਏ ਸੂਬੇਦਾਰ ਹੈਗੇ ਹੋ, ਤੁਸੀਂ ਦੱਸੋ ਹਰ ਚੀਜ਼ ਤੇਰੀ ਮਸੂ 'ਚ ਹੋਈ ਹੈ, ਹਰ ਚੀਜ਼ ਦਾ ਤੂੰ ਜ਼ਿੰਮੇਦਾਰ ਹੈਗਾ। ਕੋਰਟ ਬੇਵਕੂਫ ਹੈ ਵੀ ਜਿਹੜਾ ਕਹਿ ਰਿਹਾ ਜੀ ਤੂੰ ਤੇਰੇ 'ਤੇ FIR ਹੋਣੀ ਚਾਹੀਦੀ ਹੈਗੀ। ਕੋਈ ਲੀਗੈਲਿਟੀ ਹੈ? ਤੂੰ ਕਹਿ ਸਕਦਾ ਪੇਮੈਂਟ ਹੀ ਹੋਈ ਗੁਰਦੁਆਰੇ 'ਚੋਂ, ਲਿਆ ਸਾਰਾ ਅਕਾਊਂਟ ਆਡਿਟ ਕਰਾ। ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੇ ਵੀ ਸਾਈਨ ਹੈਗੇ ਨੇ, ਅਤੇ ਮਨਜੀਤ ਸਿੰਘ ਜੀਕੇ ਦੇ ਵੀ ਜ਼ਾਹਿਰ ਤੌਰ 'ਤੇ ਸਾਈਨ ਹੋਣਗੇ, ਫਿਰ ਉਹਨਾਂ ਦਾ ਨਾਮ ਇਹਦੇ ਸਾਈਨ ਹੈਗੇ। ਦੇਖੋ ਜੀ, ਇਹਦੇ 'ਚ ਜਿਹੜਾ ਵਡਭਾਗੀ ਹੈਗੀ, ਮੈਂ ਕਿਸੇ ਨੂੰ ਕੋਈ ਡਿਫੈਂਡ ਕਰਨ ਥੋੜ੍ਹੀ ਬੈਠਾ ਹੋਇਆ। ਮੈਂ ਕਿਸੇ ਨੂੰ ਇੱਥੇ ਡਿਫੈਂਡ ਕਰਨ ਨਹੀਂ ਆਇਆ। ਜਿਨ੍ਹਾਂ ਨੇ ਗੁਰੂ ਘਰ ਦੇ ਗੋਲਕ ਨੂੰ ਪੰਚਰ ਲਾਇਆ ਹੈ, ਚੋਰੀ ਕੀਤੀ ਹੈ, ਉਹ ਆਪ ਭੁਗਤਣਗੇ। ਮੇਰਾ ਇੱਥੇ ਕਿਸੇ ਨੂੰ ਡਿਫੈਂਡ ਕਰਨ ਦਾ ਕੰਮ ਨਹੀਂ ਹੈਗਾ।
ਸਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੁਣ ਚੋਣਾਂ ਦਾ ਸਮਾਂ ਜਿਸ ਤਰ੍ਹਾਂ ਨੇੜੇ ਆ ਰਿਹਾ, ਲੇਕਿਨ ਉਹਦੇ ਵਿੱਚ ਵੀ ਜਿਹੜੇ ਤਬਦੀਲੀ ਕਰਨ ਨੂੰ ਕਹਿੰਦੇ ਨੇ। ਦੂਸਰਾ ਹੁਣ ਅੱਜ ਕੱਲ੍ਹ ਮੀਟਿੰਗਾਂ ਦਾ ਦੌਰ ਜਾਰੀ ਹੈ, ਜੁਆਇਨਿੰਗ ਵੀ ਹੋ ਰਹੀ ਹੈ, ਪਰ ਹਰ ਮੀਟਿੰਗ ਦੇ ਵਿੱਚ ਮਨਜਿੰਦਰ ਸਿੰਘ ਸ਼ਾਹੀ ਕਹਿੰਦੇ ਨੇ ਕਿ ਚੋਰੀਆਂ ਜਿਹੜੀਆਂ ਹੋਈਆਂ ਨੇ ਮਨਜੀਤ ਸਿੰਘ ਜੀਕੇ ਨੇ ਕੀਤੀਆਂ ਨੇ, ਮੇਰਾ ਇਹਦੇ ਵਿੱਚ ਕੋਈ ਹੱਥ ਨਹੀਂ ਰਿਹਾ। ਇਹ ਬੜਾ ਵਿਚਾਰਾ ਸ਼ਾਦ ਆਦਮੀ ਹੈ, ਇਹ ਬੜਾ ਵਿਚਾਰਾ ਭੋਲਾ ਆਦਮੀ ਹੈ, ਇਹ ਬੜਾ ਵਿਚਾਰਾ ਇੱਕ ਨਾ ਉਹ ਕਹਿਣਾ ਨਿਆਣਾ ਹੈਗਾ ਬਕੌਲ ਸੁਖਬੀਰ ਦੇ। ਇਹ ਬੜਾ ਇੱਕ ਵਿਚਾਰਾ ਇਹ ਕੁਝ ਵੀ ਨਹੀਂ ਕਰਦਾ, ਇਹ ਸਿਰਫ ਜ਼ਮੀਨਾਂ ਖੋਹ ਲੈਂਦਾ, ਚੋਰੀਆਂ ਕਰ ਲੈਂਦਾ, ਡਾਕੇ ਮਾਰ ਲੈਂਦਾ। ਇਹ ਵਿਚਾਰਾ ਕੁਝ ਨਹੀਂ ਕਰ ਸਕਦਾ, ਹੈ ਵਿਚਾਰਾ ਹੈ ਅਵਲ ਦਰਜੇ ਦਾ ਛਾਤਰ ਅਤੇ ਹੈ ਵਿਚਾਰਾ। ਨਹੀਂ ਪਰ ਹਰ ਮੀਟਿੰਗ 'ਚ ਕਹਿੰਦੇ ਨੇ ਮੈਂ ਸਿੱਖਾਂ ਦੀ ਬੜੀ ਆਵਾਜ਼ ਪਹੁੰਚਾਈ ਹੈ, ਦਿੱਲੀ ਦੇ ਸਿੱਖਾਂ ਨੇ ਬੜੀ ਮਦਦ ਕੀਤੀ ਹੈ। ਕਲਕੱਤੇ ਦਾ ਮਾਮਲਾ ਜੇ ਸਾਹਮਣੇ ਆਉਂਦਾ, ਲੇਕਿਨ ਸਕੂਲਾਂ ਦੇ ਕਾਲਜਾਂ ਦੇ ਨਿਜ਼ਾਮ ਦੀ ਗੱਲ ਕਰੀਏ ਤਾਂ ਫਿਰ ਉੱਥੇ ਆਪਣੇ ਸਟਾਫ ਦੇ ਨਾਲ ਕਹਿ ਰਹੇ ਨੇ ਹੁਣ ਅਸੀਂ 30 ਕਰੋੜ ਦਿੱਤਾ ਜੀ ਅੱਜ ਤੱਕ, ਜਿਹੜਾ ਦਿੱਤਾ ਨਹੀਂ ਗਿਆ ਸਟਾਫ ਨੂੰ, ਅਤੇ ਉਹ ਫਿਰ ਕਿਸ ਤਰ੍ਹਾਂ ਮੈਨੇਜ? ਝੂਠ ਕੁਫਰ ਸਭ ਬਕਵਾਸ, ਕੁਛ ਵੀ ਨਹੀਂ ਦਿੱਤਾ। ਜੇ ਦਿੱਤਾ ਹੁੰਦਾ ਉਹ ਵਿਚਾਰੀਆਂ ਸੜਕਾਂ 'ਤੇ ਖਲੋਂਦੀਆਂ ਮਾਸਟਰਾਣੀਆਂ। ਜੇ ਕਿਸੇ ਨੂੰ ਦਿੱਤਾ ਹੁੰਦਾ ਤਾਂ ਉਹ ਮਾਸਟਰਾਣੀਆਂ ਸਕੂਲਾਂ 'ਚ ਕਿਤੇ ਮਰ ਗਏ ਨੇ ਵਿਚਾਰੇ, 5-6 ਸਟਾਫ ਤਾਂ ਮਰ ਹੀ ਗਿਆ। ਇਹ ਕਿਹੜੀ ਗੱਲ ਦਾ ਝੂਠ ਕੁਫਰ ਕੀ ਕੀਤਾ ਸਿੱਖਾਂ ਵਾਸਤੇ ਤੂੰ? ਇਤਿਹਾਸ ਤੈਨੂੰ ਨਹੀਂ ਆਉਂਦਾ, ਗੁਰ ਇਤਿਹਾਸ ਤੈਨੂੰ ਦਾ ਨਹੀਂ ਪਤਾ, ਬਾਣੀ ਤੈਨੂੰ ਨਹੀਂ ਪੜ੍ਹਨੀ ਆਉਂਦੀ, ਗੁਰੂ ਗ੍ਰੰਥ ਸਾਹਿਬ ਤੋਂ ਪਾਠ ਤੂੰ ਨਹੀਂ ਕਰ ਸਕਦਾ, ਪੰਜਾਬੀ ਪਤਾ ਨਹੀਂ ਤੈਨੂੰ ਆਉਂਦੀ ਹੈ ਕਿ ਨਹੀਂ ਆਉਂਦੀ ਹੈ, ਉਹ ਪੰਜਾਬੀ 'ਚ ਵੀ ਤੂੰ ਸਾਈਨ ਨਹੀਂ ਮੇਰੇ ਕੋਲ ਨਹੀਂ ਕਰ ਸਕਦਾ। ਤੂੰ ਤਾਂ ਕਾਬਲ ਹੀ ਨਹੀਂ ਹੈਗਾ ਗੁਰਦੁਆਰਾ ਕਮੇਟੀ ਦੇ ਮੈਂਬਰ ਰਹਿਣ ਦੇ ਵੀ, ਤੂੰ ਪ੍ਰਧਾਨ ਬਣ ਗਿਆ। ਕਟਸੀ ਬਾਦਲਾਂ ਨੇ ਦੇਖਿਆ ਹੀ ਕੋਈ ਨਹੀਂ ਵੀ ਤੇਰੇ ਪੱਲੇ ਕੁਝ ਹੈ ਕਿ ਨਹੀਂ ਹੈ। ਇੱਕ ਅਯਾਰ ਕਿਸਮ ਦਾ ਆਦਮੀ ਜਿਹੜਾ ਹੈਗਾ ਉਹ ਗੁਰਦੁਆਰਾ ਕਮੇਟੀ, ਇਹ ਗੁਰਦੁਆਰਾ ਕਮੇਟੀ ਹੈਗੀ, ਇਹ ਬੜੀ ਉੱਚੀ ਪੋਸਟ ਹੈਗੀ। ਗੁਰਦੁਆਰਾ ਕਮੇਟੀ ਕੋਈ ਛੋਟੀ ਪੋਸਟ ਨਹੀਂ ਹੁੰਦੀ। ਸਾਰੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਹੈ, ਸਕੂਲਾਂ ਦਾ, ਕਾਲਜਾਂ ਦਾ ਪ੍ਰਬੰਧ। ਸਕੂਲ ਤੁਸੀਂ ਖਾਲੀ ਕਰਦੇ, ਕਾਲਜ ਤੁਸੀਂ ਖਾਲੀ ਕਰਦੇ, ਸਕੂਲ ਤੁਸੀਂ ਬਰਬਾਦ ਕਰਦੇ, ਐਜੂਕੇਸ਼ਨ ਸਿਸਟਮ ਸਾਰਾ ਚਰਮਰਾ ਗਿਆ, ਗੁਰਦੁਆਰੇ ਦਾ ਪ੍ਰਬੰਧ ਚਰਮਰਾ ਗਿਆ। ਤੂੰ ਸਿੱਖਾਂ ਵਾਸਤੇ ਬੜਾ ਕਿਹੜਾ ਮਹਿਲ ਖੜਾ ਕੀਤਾ ਸਿੱਖਾਂ ਵਾਸਤੇ? ਤੂੰ ਮੈਨੂੰ ਇੱਕ ਪ੍ਰਾਪਤੀ ਦੱਸ ਤੂੰ ਸਿੱਖਾਂ ਵਾਸਤੇ। ਕਲਕੱਤੇ ਤੂੰ ਆਇਆ, ਰੱਬ ਜਾਣੇ ਕਲਕੱਤੇ ਕੀ ਖਾਧੀ ਆ ਕਿ ਨਹੀਂ ਖਾਧੀ ਆ, ਕੀ ਕੀਤਾ ਹੀ ਤੂੰ? ਕਲਕੱਤੇ ਕੀ ਸਿੱਖਾਂ ਦਾ ਸਵਾਰ ਕੇ ਆਇਆ? ਜਿਹੜੇ ਕੁਝ ਕਰ ਸਕਦੇ ਹਨ ਉਹਨਾਂ ਕੋਲ ਗਿਆ ਨਹੀਂ ਹੈ, ਜਿਹੜੇ ਕੁਝ ਨਹੀਂ ਕਰ ਸਕਦੇ ਉਹਨਾਂ ਕੋਲ ਚਲਾ ਗਿਆ। ਨਾ ਤੂੰ ਕਲਕੱਤੇ ਦੇ ਸਿੱਖਾਂ ਨੂੰ ਮਿਲਿਆ, ਨਾ ਉਹਨਾਂ ਨੂੰ ਤੂੰ ਨਾਲ ਲਿਆ, ਨਾ ਕੁਝ, ਨਾ ਗੱਲ, ਨਾ ਬਾਤ। ਇਹ ਤੂੰ ਕਾਰਵਾਈਆਂ ਜਿਹੜੀਆਂ ਨਾ ਇਹ ਕਿਸੇ ਹੋਰ ਨੂੰ ਬੇਵਕੂਫ ਬਣਾਈ। ਸਿੱਖ ਸੰਗਤ ਹੁਣ ਸਾਰੀ ਗੱਲ ਤੇਰੀ ਸਮਝ ਗਈ ਹੈ। ਇਹ ਜਿਹੜੀਆਂ ਚੱਪਲ ਚਲਾਕੀਆਂ ਨਾ ਵੀ ਗੁਰਦੁਆਰਿਆਂ 'ਤੇ ਲੰਗਰ ਚੱਲ ਰਿਹਾ, ਲੰਗਰ ਹੁਣ ਵੀਲ ਚੱਲ ਰਿਹਾ ਜੀ, ਉਹ ਚੱਲ ਰਿਹਾ ਜੀ, ਮਰਿਆਦਾਵਾਂ ਤੂੰ ਖਤਮ ਕਰ ਰਿਹਾ। ਕਦੀ ਹੋਇਆ ਕਿ ਜੀ ਗੱਡੀਆਂ 'ਚ ਪਾ ਕੇ ਲੰਗਰ ਵੰਡੋ, ਚੁਰਾਹਿਆਂ ਜਾ ਕੇ ਸੁੱਟ ਆਓ? ਕੋਈ ਲੰਗਰ ਸੁੱਟੇ ਜਾਂਦੇ ਨੇ ਇਸ ਤਰ੍ਹਾਂ? ਲੰਗਰ ਤਾਂ ਉਹਨੂੰ ਦਿੱਤਾ ਜਾਂਦਾ ਜਿਹਨੂੰ ਕੋਈ ਭੁੱਖ ਹੋਵੇ, ਜਿਹਨੂੰ ਕੋਈ ਜ਼ਰੂਰਤ ਹੋਵੇ। ਤੁਹਾਡੇ ਜੇਕਰ ਟੈਂਪੂਆਂ 'ਚ ਲੰਗਰ ਭਰਿਆ ਤਾਂ ਸੁੱਟ ਆਏ ਜਾ ਕੇ। ਇਹ ਸਭ ਸਾਰੇ ਲੇਖੇ ਡੇਢੇ ਹੋਣ ਗਏ ਦੇ। ਇਹ ਜਿਹੜੀ ਝੂਠ ਦੀ ਹੈਗੀ ਨਾ, ਇਹ ਪਾਂਡੇ ਹਲਕੀ ਹੋਣੀ ਸ਼ੁਰੂ ਹੋਏਗੀ। 1-2 ਮੁਕੱਦਮੇ ਹੋਰ ਹੋ ਗਏ ਤਾਂ ਸਾਰਾ ਕੰਮ ਹੋਰ ਠੀਕ ਹੋ ਜਾਏਗਾ। ਮੇਰਾ ਆਖਰੀ ਸਵਾਲ ਥੋੜ੍ਹਾ ਪੋਲੀਟੀਕਲ ਰਹੇਗਾ, ਕਿਉਂਕਿ ਬੀਤੇ ਦਿਨ ਅਸੀਂ ਵੀ ਮੀਟਿੰਗ ਦੇ ਵਿੱਚ ਸੀਗੇ। ਹਰਵਿੰਦਰ ਸਿੰਘ ਕੇਪੀ ਵੱਲੋਂ ਕਰਾਈ ਗਈ ਹੈ ਮੀਟਿੰਗ, ਸੰਗਤਾਂ ਨੂੰ ਸੰਬੋਧਨ ਕੀਤਾ ਗਿਆ। ਉਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਐਗਜ਼ਾਮਪਲ ਦੇ ਤੌਰ 'ਤੇ ਕਿ ਸਿੱਖਾਂ ਦੀ ਇੰਨੀ ਵਡਿਆਈ ਹੈ ਕਿ ਜਿਹੜੇ MP ਹੈਗੇ ਨੇ ਪਰਵੇਜ਼ ਵਰਮਾ, ਉਹਨਾਂ ਨੇ ਪੈਸੇ ਜਿਹੜੇ ਆ ਗੁਰਦੁਆਰੇ ਦੇ ਵਿੱਚ ਦਾਨ ਕੀਤੇ। ਉਹਨਾਂ ਨੇ ਕਿਹਾ ਕਿ ਮੰਦਿਰ ਦਾ ਮੈਨੂੰ ਪਤਾ ਨਹੀਂ, ਲੇਕਿਨ ਗੁਰਦੁਆਰੇ ਦੇ ਵਿੱਚ ਪੈਸੇ ਸਹੀ ਜਗ੍ਹਾ ਲੱਗਣਗੇ। ਕਿ ਇੰਨੀ ਇਮਾਨਦਾਰੀ ਤੁਸੀਂ ਦੇਖੋ ਕਿ ਗੁਰਦੁਆਰੇ ਵਿੱਚ ਹੁੰਦੀ ਹੈ। ਅਤੇ ਕਿਤੇ ਨਾ ਕਿਤੇ ਵੀ ਦੇਖਿਆ ਜਾ ਸਕਦਾ ਗੱਠਜੋੜ ਟੁੱਟਣ ਤੋਂ ਬਾਅਦ ਵੀ ਫਿਰ BJP ਦੇ ਵੱਲ ਜਿਹੜਾ ਰੁਝਾਨ ਵੱਧ ਰਿਹਾ। ਇਹ ਪ੍ਰਵੇਸ਼ ਵਰਮੇ ਨਾਲ ਇਹਦੇ ਵਪਾਰਕ ਸਾਂਝ ਹੈਗੀ। ਉਹ ਜਿਹੜੀ ਇਸ ਕਰਕੇ ਪ੍ਰਵੇਸ਼ ਵਰਮੇ ਦੀ ਸਿਫਤ ਕਰਦਾ ਰਹਿੰਦਾ ਹੈਗਾ, ਉਹਦੀ ਮਜਬੂਰੀ ਹੈਗੀ। ਉਹਨਾਂ ਨੇ ਤੇ ਧੁਤਕਾਰਤਾ ਹੈ, ਪਰ ਕਿਉਂਕਿ ਇਹਦਾ ਉਹਨਾਂ ਬਗੈਰ ਗੁਜ਼ਾਰਾ ਕੋਈ ਨਹੀਂ। ਕਿਉਂ? ਇਹ ਹੈਗਾ ਕ੍ਰਿਮੀਨਲ ਬੈਕਗਰਾਊਂਡ ਦਾ ਬੰਦਾ। ਸਿਰਸੇ ਨੂੰ ਯਾਦ ਰੱਖਣਾ, ਰਾਜ ਦੇ ਨਾਲ ਕਦੀ ਵੀ ਇਹ ਲੜਾਈ ਨਹੀਂ ਲੜ ਸਕਦਾ। ਕ੍ਰਿਮੀਨਲ ਬੈਕਗਰਾਊਂਡ ਦਾ ਬੰਦਾ ਕਦੇ ਲੜਾਈ ਨਹੀਂ ਲੜ ਸਕਦਾ। ਇਹ ਹੁਣ ਵਿੱਚੋਂ ਤੜਫਦਾ ਪਿਆ ਵੀ ਕਿਹੜੀ ਘੜੀ ਆਵੇ ਅਤੇ ਮੈਂ ਜਿਹੜੇ ਰਾਜ ਭਾਗ 'ਚ ਬੈਠੇ ਹੋਏ ਨੇ ਉਹਨਾਂ ਦੇ ਕਦਮਾਂ ਜਾ ਕੇ ਬੈਠਾਂ, ਤਾਂ ਕਿ ਮੇਰੇ ਕੇਸ ਨਾ ਖੁੱਲ੍ਹਣ, ਮੇਰੇ 'ਤੇ ਬੇਈਮਾਨੀਆਂ ਜਿਹੜੀਆਂ ਮੈਂ ਕੀਤੀਆਂ ਨੂੰ ਮੈਂ ਬਚਾ ਸਕਾਂ। ਇਹ ਸਾਰੀਆਂ ਗੱਲਾਂ ਹੈਗੀਆਂ। ਪ੍ਰਵੇਸ਼ ਵਰਮਾ ਇਕੱਲਾ ਥੋੜ੍ਹੀ ਨਾ ਬਚਾ ਸਕਦਾ ਹੈ। ਪ੍ਰਵੇਸ਼ ਵਰਮਾ ਨੇ ਕੁਝ ਗੁਰਦੁਆਰਿਆਂ ਨੂੰ ਦਿੱਤਾ ਤਾਂ ਕੀ ਹੋਇਆ? ਦਿੱਤਾ ਅਤੇ ਗੁਰਦੁਆਰਾ ਤਾਂ ਕਦੀ ਕਿਸੇ ਕੋਲ ਮੰਗਦਾ ਕੋਈ ਨਹੀਂ। ਕੋਈ ਦੇ ਜਾਵੇ, ਪ੍ਰਵੇਸ਼ ਵਰਮੇ ਵਰਗੇ 200 ਬੰਦੇ ਦੇ ਜਾਂਦੇ ਨੇ। ਉੱਥੇ ਕੋਈ ਨਾਂ ਲਿਖਿਆ ਹੋਇਆ ਗੁਰਦੁਆਰੇ 'ਚ ਪ੍ਰਵੇਸ਼ ਵਰਮਾ ਦੇ ਗਿਆ, ਕੀ ਹੋਇਆ ਦੇ ਦਿੱਤਾ ਤਾਂ? ਇਹ ਕੋਈ ਵੱਡੀ ਖਬਰ ਹੈਗੀ?
ਕਿਸੇ ਨੇ ਸਿਰਫ ਇੱਕ ਗੱਲ ਉਹਨਾਂ ਨੇ ਐਗਜ਼ਾਮਪਲ ਬੜਾ ਵੱਡਾ ਕੀ ਦਿੱਤਾ। ਐਗਜ਼ਾਮਪਲ ਦਿੱਤੀ ਹੈ ਜੀ? ਕੀ ਐਗਜ਼ਾਮਪਲ ਹੈਗੀ? ਤੇਰੇ ਹੈਗੇ ਉਸ ਦੇ ਨਾਲ ਵਪਾਰਕ ਸੰਬੰਧ, ਤੂੰ ਉਹਨਾਂ ਨਾਲ ਵਪਾਰ ਕਰਦਾ ਹੈ, ਕੁਝ ਦੇ ਦਿੱਤਾ ਤੇ ਤਾਂ ਕੀ ਹੈ? ਐਡੀ ਕਿਹੜੀ ਗੱਲ ਹੋ ਗਈ ਜੀ ਬਈ ਜਿਸ ਗੁਰੂ ਨੇ ਦਿੱਤਾ ਉਹ ਤੇ ਆਪਣਾ ਨਾਂ ਕਰਦਾ ਕੋਈ ਨਹੀਂ। ਪ੍ਰਬੰਧ ਦੀ ਗੱਲ ਕਰ ਰਹੇ ਸੀ ਕਿ ਪ੍ਰਬੰਧ ਵਿੱਚ ਇਮਾਨਦਾਰੀ, ਤੁਸੀਂ ਕਰਪਸ਼ਨ। ਇਹਦਾ ਤੇ ਪ੍ਰਬੰਧ ਕਮਾਲ ਹੋਈ ਵੀ ਆ ਗਈ। ਇਸ ਪ੍ਰਬੰਧ ਦੀ ਤੇ ਜੈ-ਜੈਕਾਰ ਸਾਰੀ ਦੁਨੀਆ 'ਚ ਹੋ ਰਹੀ ਹੈ ਵੀ ਸਿਰਸੇ ਵਰਗਾ ਪ੍ਰਬੰਧਕ ਹੀ ਕੋਈ ਨਹੀਂ। ਇਹਦੀ ਜੈ-ਜੈਕਾਰ ਦੁਨੀਆ 'ਚ ਹੋ ਰਹੀ ਹੈ। ਸਾਰੇ ਕਹਿੰਦੇ ਜੀ ਕਮਾਲ ਹੋ ਗਈ। ਇਹਨੂੰ ਹਾਲੇ ਵੀ ਸ਼ਰਮ ਨਹੀਂ ਆਉਂਦੀ ਕਿਸ ਬੇਹਯਾਈ ਦੇ ਨਾਲ ਝੂਠ ਕੁਫਰ ਤੋਲਦਾ ਪਿਆ ਹੈ। KP ਦੀ ਕਹਿਤ ਹੈ ਜੀ, KP ਜੇ ਆਏ, ਦੋਨੋਂ ਸਾਂਢੂ ਇਕੱਠੇ ਹੋ ਗਏ ਨੇ, ਇੱਕ ਪਤਲਾ ਤੇ ਇੱਕ ਮੋਟਾ। ਸੋ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਹਰਵਿੰਦਰ ਸਿੰਘ ਸਰਨਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਕਰਪਸ਼ਨ ਦੇ ਮਾਮਲੇ ਜਿਹੜੇ ਉੱਠੇ ਨੇ, ਮਨਜਿੰਦਰ ਸਿੰਘ ਸਿਰਸਾ ਦੀ ਮੁਸ਼ਕਿਲਾਂ ਜਿਹੜੀਆਂ ਵੱਧਦੀ ਜਾ ਰਹੀਆਂ ਨੇ, ਕਿਉਂਕਿ ਅਦਾਲਤ ਵੱਲੋਂ ਵੀ ਜਿਹੜਾ ਹੁਕਮ ਜਾਰੀ ਹੋ ਗਿਆ ਕਿ 21 ਨਵੰਬਰ ਤੱਕ ਅਗਲੀ ਸੁਣਵਾਈ ਹੋਣੀ ਹੈ ਅਤੇ ਮਾਮਲਾ ਜਿਹੜਾ ਹੈ ਮਨਜਿੰਦਰ ਸਿੰਘ ਸਿਰਸਾ ਦੇ ਉੱਪਰ ਦਰਜ ਹੋਣਾ ਚਾਹੀਦਾ। ਸਾਰੀ ਜਾਣਕਾਰੀ ਸਾਨੂੰ ਹਰਵਿੰਦਰ ਸਿੰਘ ਸਰਨਾ ਜੀ ਦੇ ਰਹੇ ਸਨ। ਕੈਮਰਾ ਪਰਸਨ ਕਰਨਜੀਤ ਸਿੰਘ ਦੇ ਨਾਲ ਦਵਿੰਦਰ ਸਿੰਘ, D5 ਚੈਨਲ ਪੰਜਾਬੀ, ਦਿੱਲੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।